जो बोले सो निरभै जगत गुरु दास महाराज जी जय। जो बोले सो निरभै सतगुरु स्वामी सरवणदास महाराज की जय। ऐसा चाहूँ राज में जहाँ मिले सबन को अन्न, छोट बड़े सब संबसे रघुदास रहे प्रसन्न। बाबा पिपरदास सतगुरु सरवणदास, सतगुरु हरिदास गुरु जोड़े, सो हमारी रखया करे, बिगड़ न लागे कोई। तन तन सतगुरु गरीबदास, बंदो नित सुबह शाम, चरण कमल को दंडवत, कोट कोट प्रणाम। ਧੰਨ ਧੰਨ ਜਗਤ ਗੁਰੂ ਸਤਿਗੁਰੂ ਦਾਸ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸਵਾਮੀ ਸਰਵਣਦਾਸ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਕਮਲਾਂ ਵਿੱਚ ਵਿਰਾਜਮਾਨ ਗੁਰੂ ਸਾਧ ਸੰਗਤ ਜੀ, ਸ਼੍ਰੀਮਾਨ ਮੋਹਨ ਲਾਲ ਜੀ ਔਰ ਉਹਨਾਂ ਦੇ ਸਮੂਹ ਪਰਿਵਾਰ ਦੇ ਗ੍ਰਹਿ ਵਿਖੇ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਦੇ ਸਤਸੰਗ ਦਾ ਆਯੋਜਨ ਕੀਤਾ ਗਿਆ ਹੈ। ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਨੇ ਇਸ ਸੰਸਾਰ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਲਿਆਂਦਾ ਔਰ ਸਾਰੀ ਮਾਨਵਤਾ ਨੂੰ ਮਾਨਵ ਪ੍ਰੇਮ, ਪ੍ਰਭੂ ਪ੍ਰੇਮ, ਇਸਤਰੀ ਪੁਰਸ਼ ਸਮਾਨ, ਵਿਸ਼ਵ ਭਾਈਚਾਰਾ, ਕਰੁਣਾ, ਨਿਆਂ, ਬੇਗਮਪੁਰਾ ਵਤਨ, ਸੰਤਾਂ ਦੀ ਸੰਗਤ, ਹਰ ਦਾ ਸਿਮਰਨ ਕਰਨ ਦੇ ਪਾਵਨ ਉਪਦੇਸ਼ ਬਖਸ਼ਿਸ਼ ਕੀਤੇ ਔਰ ਜਿਨ੍ਹਾਂ ਉਪਦੇਸ਼ਾਂ ਨੂੰ ਸਰਵਣ ਕਰਕੇ ਅਣਗਿਣਤ ਰਾਜੇ ਮਹਾਰਾਜੇ, ਸਾਰੇ ਵਰਗਾਂ ਦੇ ਲੋਕ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿੱਚ ਝੁਕੇ ਔਰ ਉਹਨਾਂ ਦੀ ਕ੍ਰਾਂਤੀਕਾਰੀ, ਕਲਿਆਣਕਾਰੀ, ਸਮਾਜਵਾਦੀ ਅਤੇ ਅਧਿਆਤਮਕ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਅਪਣਾਇਆ। ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਇਸ ਸੰਸਾਰ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਲਿਆਂਦਾ। ਇੱਕ ਐਸੀ ਵਿਵਸਥਾ ਸੀ ਭੇਦਭਾਵ ਦੀ, ਊਚ ਨੀਚ ਦੀ, ਅਡੰਬਰਾਂ ਦੀ, ਕਰਮਕਾਂਡਾਂ ਦੀ, ਜਿਹਦੇ ਤਹਿਤ ਸਦੀਆਂ ਪਹਿਲੇ ਵਿਦੇਸ਼ੀਆਂ ਵੱਲੋਂ ਆ ਕੇ ਭਾਰਤ ਦੀ ਸੁਨਹਿਰੀ ਸਭਿਅਤਾ ਨੂੰ ਤਹਿਸ ਨਹਿਸ ਕੀਤਾ ਗਿਆ ਔਰ ਭੇਦਭਾਵ ਵਾਲੀ ਵਿਵਸਥਾ ਦਾ ਪ੍ਰਚਾਰ ਪ੍ਰਸਾਰ ਕਰਕੇ ਮਾਨਵ ਵਿੱਚ ਭੇਦ ਪੈਦਾ ਕੀਤਾ। ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਉਸ ਭੇਦਭਾਵ, ਕਰਮਕਾਂਡਾਂ, ਗੁਲਾਮੀ ਵਾਲੀ ਵਿਵਸਥਾ ਦਾ ਕ੍ਰਾਂਤੀਕਾਰੀ ਖੰਡਨ ਕੀਤਾ ਔਰ ਸਾਰੀ ਮਾਨਵਤਾ ਦਾ ਭਲਾ ਹੋਵੇ, ਮਾਨਵ ਸਮਾਨ, ਇਸਤਰੀ ਪੁਰਸ਼ ਸਮਾਨ, ਵਿਸ਼ਵ ਭਾਈਚਾਰਾ ਹੋਵੇ, ਹਰ ਇੱਕ ਜੀਵ ਨੂੰ ਮਾਨਵੀ ਅਧਿਕਾਰ ਪ੍ਰਾਪਤ ਹੋਣ। ਜਗਤ ਗੁਰੂ ਰਵਿਦਾਸ ਮਹਾਰਾਜ ਨੇ ਐਸੇ ਉਪਦੇਸ਼ਾਂ ਦਾ ਪ੍ਰਚਾਰ ਪ੍ਰਸਾਰ ਕੀਤਾ ਔਰ ਉਹਨਾਂ ਦੀ ਜੋ ਵਿਚਾਰਧਾਰਾ ਹੈ ਅੰਮ੍ਰਿਤ ਬਾਣੀ ਦੇ ਰੂਪ ਵਿੱਚ ਵਿਸ਼ਵ ਵਿਖਿਆਤ ਹੈ। ਜੋ ਉਹਨਾਂ ਨੇ ਪਾਵਨ ਉਪਦੇਸ਼ ਸ਼੍ਰੀਲੰਕਾ ਤੋਂ ਲੈ ਕੇ ਸਾਊਦੀ ਅਰਬ ਤੱਕ ਵਿਸ਼ਵ ਦੇ ਕੋਨੇ ਵਿੱਚ ਬਖਸ਼ਿਸ਼ ਕੀਤੇ, ਉਹ ਪਾਵਨ ਉਪਦੇਸ਼ ਅੰਮ੍ਰਿਤ ਬਾਣੀ ਦੇ ਰੂਪ ਵਿੱਚ ਵਿਸ਼ਵ ਵਿਖਿਆਤ ਹਨ, ਜਿਸ ਨੂੰ ਸੰਗਤਾਂ ਵਿਸ਼ਵ ਦੀਆਂ ਅਨੇਕਾਂ ਭਾਸ਼ਾਵਾਂ ਵਿੱਚ ਪੜ੍ਹ ਕੇ, ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਰਹੀਆਂ ਹਨ। ਜਦੋਂ ਸਮਾਜ ਵਿੱਚ ਅਸਮਾਨਤਾਵਾਂ ਫੈਲ ਜਾਂਦੀਆਂ ਹਨ ਔਰ ਰਹਿਬਰ ਗੁਰੂ ਸੰਤ ਮਹਾਂਪੁਰਸ਼ ਆ ਕੇ ਉਹਨਾਂ ਸਮਾਨਤਾਵਾਂ ਨੂੰ ਸਮਾਪਤ ਕਰਨ ਦੇ ਲਈ ਸੰਘਰਸ਼ ਕਰਦੇ ਹਨ। ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਇਸ ਸੰਸਾਰ ਵਿੱਚ ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਿਕ, ਵਿਦਿਅਕ
ਸੱਭਿਆਚਾਰਕ ਕ੍ਰਾਂਤੀ ਲੈ ਕੇ ਆਏ। ਔਰ ਜਿਸ ਕ੍ਰਾਂਤੀ ਦੀ ਬਦੌਲਤ ਸਦੀਆਂ ਤੋਂ ਪੀੜਤ ਸਮਾਜ ਨੂੰ ਬਰਾਬਰਤਾ ਦਾ ਹੱਕ ਮਿਲਿਆ, ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਹੱਕ ਮਿਲਿਆ, ਕਿਉਂਕਿ ਜਗਤ ਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਰਾਜੇ ਮਹਾਰਾਜੇ, ਅਮੀਰ ਗਰੀਬ, ਮੁਸਲਮਾਨ ਹਿੰਦੂ, ਇਸਤਰੀ ਪੁਰਸ਼ ਸਾਰੇ ਵਰਗਾਂ ਦੇ ਲੋਕ ਇੱਕ ਸਮਾਨ ਬੈਠ ਕੇ ਸਤਸੰਗ ਸਰਵਣ ਕਰਦੇ ਸਨ। ਤੋ ਆਪਾਂ ਇਹ ਸਰਵਣ ਕਰਦੇ ਹਾਂ ਕਿ ਜਗਤ ਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਅਣਗਿਣਤ ਰਾਜੇ ਮਹਾਰਾਜੇ ਝੁਕੇ ਔਰ ਜਗਤ ਗੁਰੂ ਰਵਿਦਾਸ ਮਹਾਰਾਜ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਅਪਣਾਇਆ। ਜੇਕਰ ਆਪਾਂ ਆਰਤੀ ਦੇਖੀਏ, ਆਰਤੀ ਦਾ ਵੈਸੇ ਸ਼ਾਬਦਿਕ ਅਰਥ ਹੈ ਜਦੋਂ ਆਪਾਂ ਕਿਸੇ ਦੀ ਪੂਜਾ ਕਰਨੀ, ਆਪਣੇ ਇਸ਼ਟ ਦੀ ਪੂਜਾ ਕਰਨ ਦੇ ਲਈ ਥਾਲ ਵਿੱਚ ਦੀਵੇ ਆਦਿ ਰੱਖ ਕੇ ਉਸਨੂੰ ਜਗਾ ਕੇ ਘੁਮਾਉਂਦੇ ਹਾਂ, ਉਸਨੂੰ ਆਰਤੀ ਕਿਹਾ ਜਾਂਦਾ। ਤੋ ਜਗਤ ਗੁਰੂ ਰਵਿਦਾਸ ਮਹਾਰਾਜ ਨੇ ਬਾਹਰੀ ਆਰਤੀ ਦਾ ਖੰਡਨ ਕੀਤਾ ਔਰ ਜੀਵ ਨੂੰ ਸੱਚੀ ਆਰਤੀ ਕਰਨ ਦਾ ਉਪਦੇਸ਼ ਦਿੱਤਾ। ਆਰਤੀ ਭਾਵ ਮੈਂ ਪ੍ਰਭੂ ਜੀ ਆ ਕੇ ਆਪ ਵਿੱਚ ਰਚ ਗਿਆ, ਆਪ ਵਿੱਚ ਸਮਾ ਗਿਆ ਔਰ ਆਪ ਦਾ ਰੂਪ ਹੋ ਗਿਆ। ਦੂਸਰਾ ਆਰਤੀ ਦਾ ਅਰਥ ਇਹ ਬਣਦਾ ਹੈ। ਔਰ ਜਗਤ ਗੁਰੂ ਰਵਿਦਾਸ ਮਹਾਰਾਜ ਨੇ ਪ੍ਰਚਲਿਤ ਵਿਵਸਥਾ ਵਿਰੁੱਧ ਕ੍ਰਾਂਤੀ ਲੈ ਕੇ ਆਂਦੀ ਕਿ ਨਾਮ ਜਪਣ ਨੂੰ ਹੀ ਸੱਚੀ ਆਰਤੀ ਦੱਸਿਆ। ਔਰ ਜਗਤ ਗੁਰੂ ਰਵਿਦਾਸ ਮਹਾਰਾਜ ਨੇ 5 ਆਰਤੀਆਂ ਉਚਾਰਨ ਕੀਤੀਆਂ ਜੋ ਅੰਮ੍ਰਿਤ ਬਾਣੀ ਵਿੱਚ ਹਨ ਕਿ ਆਰਤੀ ਲਈ ਸਾਰੀ ਸਮੱਗਰੀ ਪ੍ਰਭੂ ਦਾ ਨਾਮ ਹੈ, ਕਿਉਂਕਿ ਪ੍ਰਭੂ ਕਣ ਕਣ ਵਿੱਚ ਬਿਰਾਜਮਾਨ ਹੈ। ਇਸ ਲਈ ਮਹਾਰਾਜ ਨੇ ਪਾਵਨ ਉਪਦੇਸ਼ ਬਖਸ਼ ਕੀਤੇ, ਨਾਮ ਤੇਰੂ ਆਰਤੀ ਮਜਨ ਮੁਰਾਰੇ, ਹਰ ਕੇ ਨਾਮ ਵਿੱਚ ਝੂਠੇ ਸਗਲ ਪਾਸਾਰੇ, ਕਿ ਹਰ ਦੇ ਨਾਮ ਤੋਂ ਬਿਨਾਂ ਸਾਰੇ ਪਸਾਰੇ, ਸਾਰੇ ਅਡੰਬਰ ਝੂਠੇ ਹਨ, ਇੱਕ ਹਰ ਦਾ ਨਾਮ ਹੀ ਸੱਚਾ ਹੈ। ਔਰ ਪ੍ਰਭੂ ਦੀ ਪੂਜਾ ਸੱਚੇ ਮਨ ਨਾਲ ਕੀਤੀ ਜਾਂਦੀ ਹੈ। ਮਨ ਹੀ ਪੂਜਾ, ਮਨ ਹੀ ਧੂਪ, ਮਨ ਹੀ ਸੇਊ ਸਹਿ ਸਰੂਪ। ਮਨ ਵਿੱਚ ਪ੍ਰਭੂ ਨੂੰ ਯਾਦ ਕਰਨਾ, ਇਹੀ ਪ੍ਰਭੂ ਦੀ ਸੱਚੀ ਪੂਜਾ ਹੈ, ਇਹੀ ਧੂਪ ਦਿਖਾਉਣਾ ਹੈ। ਔਰ ਸਹਿਜ ਸਰੂਪ ਵਿੱਚ ਪਹੁੰਚ ਕੇ ਪ੍ਰਭੂ ਦਾ ਅਨੁਭਵ ਕਰਨਾ, ਇਹੀ ਪ੍ਰਭੂ ਦੀ ਸੱਚੀ ਆਰਤੀ ਹੈ। ਔਰ ਜੋ ਉਸ ਸਮੇਂ ਪ੍ਰਚਲਿਤ ਵਿਵਸਥਾ ਵਿੱਚ ਕੀਤਾ ਜਾਂਦਾ ਸੀ, ਮਹਾਰਾਜ ਨੇ ਉਹ ਸਾਰੀ ਸਮੱਗਰੀ ਆਰਤੀ ਲਈ ਪ੍ਰਭੂ ਦਾ ਨਾਮ ਜਪਣ ਰੂਪੀ ਨਾਮ ਨੂੰ ਹੀ ਕਿਹਾ ਹੈ। ਨਾਮ ਤੇਰੂ ਆਰਤੀ ਮਜਨ ਮੁਰਾਰੇ, ਹਰ ਕੇ ਨਾਮ ਵਿੱਚ ਝੂਠੇ ਸਗਲ ਪਾਸਾਰੇ। हे ਪ੍ਰਭੂ ਜੀ, ਆਪ ਦਾ ਨਾਮ ਜਪਣਾ ਹੀ ਆਪ ਦੀ ਸੱਚੀ ਆਰਤੀ ਕਰਨੀ ਹੈ ਔਰ ਆਪ ਦਾ ਨਾਮ ਜਪਣਾ ਹੀ ਆਪ ਨੂੰ ਇਸ਼ਨਾਨ ਕਰਾਉਣਾ ਹੈ ਔਰ ਆਪ ਦਾ ਨਾਮ ਹੀ ਜਪਣਾ ਹੀ ਆਪ ਦੀ ਸੱਚੀ ਪੂਜਾ ਹੈ। ਹਰ ਕੇ ਨਾਮ ਵਿੱਚ ਝੂਠੇ ਸਗਲ ਪਸਾਰੇ, ਨਾਮ ਤੇਰੂ ਆਰਤੀ ਮਜਨ ਮੁਰਾਰੇ, ਮਜਨ ਕੀ ਇਸ਼ਨਾਨ ਕਰਾਉਣਾ। ਹਰ ਦੇ ਨਾਮ ਤੋਂ ਬਿਨਾਂ ਸਾਰੇ ਪਸਾਰੇ, ਸਾਰੇ ਖਿਲਾਰੇ ਝੂਠੇ ਹਨ, ਇੱਕ ਹਰ ਦਾ ਨਾਮ ਹੀ ਸੱਚਾ ਹੈ ਔਰ ਹਰ ਦੀ ਨਾਮ ਜਪਣ ਰੂਪੀ ਆਰਤੀ ਹੀ ਸਾਰੀ ਸਮੱਗਰੀ ਹੈ। ਔਰ ਮਹਾਰਾਜ ਜੀ ਆਰਤੀ ਵਿੱਚ ਦੂਸਰੀ ਆਰਤੀ ਵਿੱਚ ਉਚਾਰਨ ਕਰਦੇ ਹਨ, ਕਹਿ ਰਵਿਦਾਸ ਦੇਖਾ ਹਮ ਮਾਹੀ, ਸਕਲ ਜੋਤ ਰੁਮ ਸਮ ਨਾਹੀ। ਕਿ ਮੈਂ ਆਪਣੇ ਅੰਦਰ ਹੀ ਅਨੁਭਵ ਕੀਤਾ ਹੈ ਕਿ ਪ੍ਰਭੂ ਦੇ ਪ੍ਰਕਾਸ਼ ਦਾ ਮੁਕਾਬਲਾ ਲੱਖਾਂ ਕਰੋੜਾਂ ਸੂਰਜ ਚੰਦਰਮਾ ਵੀ ਨਹੀਂ ਕਰ ਸਕਦੇ। ਕੋਟ ਭਾਨ ਜਾਕੀ ਸੋਭਾ ਰੋਮੇ, ਕਰੋੜਾਂ ਸੂਰਜਾਂ ਤੋਂ ਵੱਧ ਜੀਵ ਦੇ ਅੰਦਰ ਨਾਮ ਦਾ ਪ੍ਰਕਾਸ਼ ਹੈ। ਔਰ ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰੋ ਭਵਨ ਸਗਲਾਰੇ। ਜਦੋਂ ਜੀਵ ਦੇ ਅੰਦਰ ਨਾਮ ਦੀ ਜੋਤ ਜਗਦੀ ਹੋਈ ਅਨੁਭਵ ਹੁੰਦੀ ਹੈ, ਸਾਰਾ ਸੰਸਾਰ ਜਗਮਗਾਇਆ ਹੋਇਆ ਅਨੁਭਵ ਹੁੰਦਾ ਹੈ। ਪ੍ਰਭੂ ਦਾ ਇੰਨਾ ਜੀਵ ਦੇ ਅੰਦਰ ਪ੍ਰਕਾਸ਼ ਹੈ ਜਿਸ ਦਾ ਬਿਆਨ ਨਹੀਂ ਕੀਤਾ ਜਾ ਸਕਦਾ।
ਔਰ ਇਹ ਵੀ ਕ੍ਰਾਂਤੀ ਸੀ। ਪ੍ਰਚਲਿਤ ਮਾਨਵ ਵਿਰੋਧੀ ਵਿਵਸਥਾ ਦੇ ਕਰਮ ਕਾਂਡਾਂ ਦਾ ਖੰਡਨ ਕਰਨਾ ਔਰ ਮਾਨਵਤਾ ਨੂੰ ਸੱਚੀ ਆਰਤੀ ਪ੍ਰਭੂ ਦੀ ਕਰਨ ਦਾ ਉਪਦੇਸ਼ ਦੇਣਾ ਬਹੁਤ ਵੱਡੀ ਉਸ ਸਮੇਂ ਕ੍ਰਾਂਤੀ ਸੀ। ਔਰ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਵਿਸ਼ਵ ਦੇ ਕੋਨੇ ਵਿੱਚ ਗਏ। ਆਵਾਦਾਨ ਸਦਾ ਮਸ਼ਹੂਰ ਊਹਾਂ ਗਨੀ ਬਸੇ ਮਾਮੂਰ। ਬੇਗਮਪੁਰੇ ਸ਼ਬਦ ਵਿੱਚ ਆਵਾਦਾਨ ਦਾ ਜ਼ਿਕਰ ਆਉਂਦਾ ਹੈ। ਆਵਾਦਾਨ ਸਦਾ ਮਸ਼ਹੂਰ ਊਹਾਂ ਗਨੀ ਬਸੇ ਮਾਮੂਰ। ਆਵਾਦਾਨ ਇਹ ਈਰਾਨ ਦਾ ਪ੍ਰਸਿੱਧ ਸ਼ਹਿਰ ਹੈ। ਮਹਾਰਾਜ ਜੀ ਉਚਾਰਨ ਕਰਦੇ ਹਨ, ਆਵਾਦਾਨ ਸ਼ਹਿਰ ਜੋ ਹੈ ਬਹੁਤ ਮਸ਼ਹੂਰ ਹੈ, ਫੇਮਸ ਹੈ। ਉੱਥੇ ਗਨੀ ਧਨਾੜ ਲੋਕ ਹਰ ਪੱਖੋਂ ਸੰਪੰਨ, ਵਿਦਿਅਕ ਪੱਖੋਂ, ਕਲਚਰ ਪੱਖੋਂ, ਸਮਾਜਿਕ ਪੱਖੋਂ ਖੁਸ਼ਹਾਲ ਲੋਕ ਵੱਸਦੇ ਹਨ। ਉਹਾਂ ਗਨੀ ਬਸੇ ਮਾਮੂਰ। ਔਰ ਜਗਤ ਗੁਰੂ ਰਵਿਦਾਸ ਜੀ ਮਹਾਰਾਜ ਆਪਣੀ ਤੀਸਰੀ ਉਦਾਸੀ ਅਰਬ ਦੇਸ਼ਾਂ ਦੀ ਯਾਤਰਾ ਦੌਰਾਨ ਮਹਾਰਾਜ ਜੀ ਆਬਾਦਾਨ ਸ਼ਹਿਰ ਵਿਖੇ ਰੁਕੇ ਔਰ ਉੱਥੇ ਦੀਆਂ ਸੰਗਤਾਂ ਨੇ ਮਹਾਰਾਜ ਦੀ ਬੜੀ ਸੇਵਾ ਕੀਤੀ। ਈਰਾਨ ਦਾ ਪ੍ਰਸਿੱਧ ਸ਼ਹਿਰ ਹੈ। ਮਹਾਰਾਜ ਨੇ ਉੱਥੇ ਦੀ ਖੁਸ਼ਹਾਲੀ ਦੇਖੀ ਔਰ ਉਚਾਰਨ ਕੀਤਾ ਇਸ ਤਰ੍ਹਾਂ ਦਾ, ਆਬਾਦਾਨ ਬੇਗਮਪੁਰੇ ਵਤਨ ਵਿੱਚ ਹੋਵੇ ਜਿੱਥੇ ਸਾਰੇ ਲੋਕ ਖੁਸ਼ਹਾਲ ਹੋਣ। ਲੋਕਤੰਤਰਕ ਸਮਾਜਵਾਦ ਦੀ ਨੀਂਹ ਰੱਖੀ। ਔਰ ਈਰਾਨ ਦੇ ਹੀ ਇੱਕ ਸ਼ੇਖ ਹੋਏ, ਸ਼ੇਖ ਅਬਦੁਲਦਾਨਾ, ਜਿਨ੍ਹਾਂ ਨੇ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਸਰਵਣ ਕੀਤੀ ਔਰ ਉਹਨਾਂ ਨੂੰ ਆਪਣੇ ਜੀਵਨ ਵਿੱਚ ਅਪਣਾਇਆ। 20 ਮਾਰਚ 1480 ਨੂੰ ਬਨਾਰਸ ਦੀ ਧਰਤੀ ਤੇ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦਾ ਇੱਕ ਅੰਤਰਰਾਸ਼ਟਰੀ ਸਤਸੰਗ ਕਰਵਾਇਆ ਗਿਆ, ਜਿਸ ਵਿੱਚ ਉਸ ਸਮੇਂ ਦੇ ਸਮਕਾਲੀਨ ਸੰਤ ਮਹਾਂਪੁਰਸ਼ ਪਹੁੰਚੇ। ਦੇਸ਼ਾਂ ਵਿਦੇਸ਼ਾਂ ਤੋਂ ਵਿਦਵਾਨ ਪਹੁੰਚੇ, ਸੰਗਤਾਂ ਪਹੁੰਚੀਆਂ ਔਰ ਉਹ ਸਮਾਗਮ ਸਤਸੰਗ ਕਈ ਦਿਨ ਚੱਲਿਆ। ਰਹਿਣ ਸਹਿਣ ਦਾ ਪ੍ਰਬੰਧ ਕੀਤਾ ਗਿਆ ਔਰ ਸਾਰਾ ਖਰਚਾ ਅਬਦੁਲਦਾਨਾ ਨੇ ਕੀਤਾ। ਜਗਤ ਗੁਰੂ ਰਵਿਦਾਸ ਮਹਾਰਾਜ ਨੇ ਉੱਥੇ ਇੱਕ ਅੰਦੋਲਨ ਚਲਾਇਆ, ਸਭ ਨੂੰ ਸਵਸਥ ਜਲ ਮਿਲੇ, ਰੋਟੀ ਕੱਪੜਾ ਮਕਾਨ ਮਿਲੇ, ਮਾਨਵੀ ਤੌਰ 'ਤੇ ਸਾਰੇ ਜੀਵ ਬਰਾਬਰ ਹੋਣ ਔਰ ਸਾਰੀ ਮਾਨਵਤਾ ਨੂੰ ਮਾਨਵੀ ਅਧਿਕਾਰ ਪ੍ਰਾਪਤ ਹੋਣ। ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਭੁਵਨ, ਛੋਟ ਬੜੇ ਸਭ ਸੰਵਸੇ ਰਵਿਦਾਸ ਰਹੇ ਪ੍ਰਸੰਨ। ਛੋਟੇ ਵੱਡੇ ਦੀ ਬਰਾਬਰਤਾ, ਸਭ ਦੀ ਸਮਾਨਤਾ, ਸਾਂਝੀਵਾਲਤਾ ਵਿਸ਼ਵ ਸਥਾਪਿਤ ਹੋਵੇ, ਐਸੇ ਅੰਦੋਲਨ ਦੀ ਸ਼ੁਰੂਆਤ 20 ਮਾਰਚ 1480 ਨੂੰ ਕੀਤੀ ਔਰ ਉਸ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਅਣਗਿਣਤ ਰਾਜੇ ਮਹਾਰਾਜੇ ਨੇ ਕੀਤਾ। ਔਰ ਮਹਾਰਾਜ ਨੇ ਉਸ ਸਮੇਂ ਜੋ ਪ੍ਰਚਲਿਤ ਵਿਵਸਥਾ ਸੀ ਉਸ ਦਾ ਖੰਡਨ ਕੀਤਾ ਔਰ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਨੇ ਪਰਦਾ ਪ੍ਰਥਾ ਦਾ, ਬਾਲ ਵਿਆਹ ਪ੍ਰਥਾ ਦਾ, ਸਤੀ ਪ੍ਰਥਾ ਦਾ ਖੰਡਨ ਕੀਤਾ ਔਰ ਸਾਰੀ ਮਾਨਵਤਾ ਨੂੰ, ਚਾਹੇ ਕੋਈ ਇਸਤਰੀ ਹੈ ਚਾਹੇ ਪੁਰਸ਼ ਹੈ, ਸਭ ਨੂੰ ਵਿੱਦਿਆ ਪ੍ਰਾਪਤ ਹੋਵੇ ਔਰ ਅਵਿਦਿਆ ਨੂੰ ਸਮਾਜ ਵਿੱਚ ਸਾਰੀਆਂ ਬਿਮਾਰੀਆਂ ਦੀ ਜੜ ਦੱਸਿਆ। ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਇਹ ਮਾਧੋ ਜੀ, ਅਗਿਆਨਤਾ, ਅਵਿਦਿਆ ਸਾਰੀਆਂ ਬਿਮਾਰੀਆਂ ਦੀ ਜੜ ਹੈ, ਜਿਸ ਦੇ ਨਾਲ ਜੀਵ ਦੀ ਸੋਚਣ ਸਮਝਣ ਦੀ ਸ਼ਕਤੀ ਜੋ ਹੈ ਉਹ ਮਲੀਨ ਮੈਲੀ ਹੋ ਜਾਂਦੀ ਹੈ। ਔਰ ਵਿਦਿਆ ਪੜ੍ਹਨ ਦਾ ਉਪਦੇਸ਼ ਵਿਸ਼ਵ ਦੇ ਲੋਕਾਂ ਨੂੰ ਦਿੱਤਾ। ਸਤ ਵਿਦਿਆ ਕੋ ਪੜ੍ਹੇ ਪ੍ਰਾਪਤ ਕਰੇ ਸਦਾ ਗਿਆਨ, ਰਵਿਦਾਸ ਕਹੇ ਬਿਨ ਵਿਦਿਆ ਨਰ ਕੋ ਜਾਣੇ ਜਾਣ। ਕਿ ਜੀਵ ਨੂੰ ਵਿਦਿਆ ਪੜ੍ਹਨੀ ਚਾਹੀਦੀ ਔਰ ਵਿਦਿਆ ਸਤ ਵਿਦਿਆ ਪੜ੍ਹ ਕੇ ਜੀਵ ਨੂੰ ਹਮੇਸ਼ਾ ਗਿਆਨ ਪ੍ਰਾਪਤ ਕਰਨਾ ਚਾਹੀਦਾ। ਗਿਆਨ ਤੋਂ ਬਿਨਾਂ ਜੀਵ ਅਗਿਆਨੀ ਹੈ। ਕਈ ਵਾਰੀ ਸੰਸਾਰੀ ਵਿਦਿਆ ਪੜ੍ਹਿਆ ਜੀਵ ਵੀ ਕਰਮ ਕਾਂਡਾਂ ਵਿੱਚ, ਵਹਿਮਾਂ ਭਰਮਾਂ ਵਿੱਚ ਫਸ ਜਾਂਦਾ।
ਪਰ ਜਿਸ ਜੀਵ ਦੇ ਕੋਲ ਸਤ ਵਿਦਿਆ ਹੈ, ਸਤ ਅਸਤ ਨੂੰ ਜਾਣਨ ਦੀ ਸ਼ਕਤੀ ਹੈ, ਜਿਸ ਕੋਲ ਸਤ ਮਾਰਗ ਹੈ ਔਰ ਉਹ ਗਿਆਨ ਦੇ ਪ੍ਰਕਾਸ਼ ਦਾ ਮਾਧਿਅਮ ਹੈ, ਇਸ ਲਈ ਜਗਤ ਗੁਰੂ ਰਵਿਦਾਸ ਮਹਾਰਾਜ ਨੇ ਵਿਸ਼ਵ ਨੂੰ ਉਪਦੇਸ਼ ਬਖਸ਼ ਕੀਤੇ। ਓਂਕਾਰ ਹੈ ਸਤਨਾਮ, ਆਦਿ ਜੁਗਾ ਸਭ ਸਤ, ਰਵਿਦਾਸ ਸਤ ਕੇ ਸਾਹਮਣੇ ਟਿਕਵੇ ਨਾਹੀਂ ਅਸਤ। ਓਂਕਾਰ ਪ੍ਰਭੂ ਦਾ ਨਾਮ ਹਮੇਸ਼ਾ ਸਤ ਰਹਿਣ ਵਾਲਾ, ਜਿਹਦੀ ਹਮੇਸ਼ਾ ਸਤਾ ਰਹਿੰਦੀ, ਪਹਿਲੇ ਵੀ ਸੀ, ਹੁਣ ਵੀ ਹੈ, ਅੱਗੇ ਵੀ ਹੈ, ਔਰ ਸਤ ਦੇ ਸਾਹਮਣੇ ਅਸਤ ਟਿਕ ਨਹੀਂ ਸਕਦਾ। ਐਸਾ ਮਾਰਗ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਜਾ ਕੇ ਪ੍ਰਾਪਤ ਹੁੰਦਾ। ਸੰਤ ਮਹਾਂਪੁਰਸ਼ ਜੀਣ ਦਾ ਢੰਗ ਦੱਸਦੇ, ਪ੍ਰਭੂ ਨੂੰ ਮਿਲਣ ਦਾ ਮਾਰਗ ਦੱਸਦੇ। ਪਹਿਲੇ ਦੁਨਿਆਵੀ ਪੱਖ ਆਉਂਦਾ। ਜੇਕਰ ਦੁਨਿਆਵੀ ਤੌਰ 'ਤੇ ਜੀਵ ਸਥਿਰ ਨਹੀਂ ਹੈ ਤਾਂ ਇਸ ਜੀਵ ਨੂੰ ਕੁਝ ਹੀ ਪ੍ਰਾਪਤ ਨਹੀਂ ਹੁੰਦਾ। ਔਰ ਜਦੋਂ ਸੰਤਾਂ ਮਹਾਂਪੁਰਸ਼ਾਂ ਜੋ ਉਪਦੇਸ਼ ਦਿੱਤੇ, ਆਪਣੇ ਸੰਸਾਰਿਕ ਫਰਜ਼ ਨਿਭਾਉਣੇ, ਬੜਿਆਂ ਦਾ ਸਤਿਕਾਰ, ਛੋਟਿਆਂ ਦਾ ਪਿਆਰ, ਆਪਣੇ ਬੱਚਿਆਂ ਦਾ ਪਾਲਣ ਪੋਸ਼ਣ, ਮਾਤਾ ਪਿਤਾ ਦੀ ਸੇਵਾ, ਜੀਵਨ ਵਿੱਚ ਮਿਹਨਤ ਕਰਕੇ ਅੱਗੇ ਵਧਣਾ ਔਰ ਸ਼ਬਦ ਦੀ ਕਮਾਈ ਕਰਨੀ। ਜਦੋਂ ਜੀਵ ਇਹਨਾਂ ਉਪਦੇਸ਼ਾਂ 'ਤੇ ਚੱਲਦਾ ਹੈ, ਸਤ ਮਾਰਗ 'ਤੇ ਚੱਲਦਾ ਹੈ, ਫਿਰ ਇਹ ਜੀਵ ਨੂੰ ਆਨੰਦਮਈ ਅਵਸਥਾ ਪ੍ਰਾਪਤ ਹੋ ਜਾਂਦੀ, ਸਥਿਰ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਔਰ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸੇਵ ਮੁਕੰਦ ਕਰੇ ਬੈਰਾਗੀ, ਜਿਹੜਾ ਪ੍ਰਭੂ ਦੀ ਸੇਵਾ ਸਿਮਰਨ ਹੈ, ਉਹੀ ਜੀਵ ਕਰਦਾ ਜਿਸ ਦੇ ਮਨ 'ਚ ਵਿਰਾਗ ਹੈ, ਜਿਸ ਦੇ ਮਨ 'ਚ ਪਿਆਰ ਹੈ। ਔਰ ਉਹ ਪਿਆਰ ਕਿੱਥੋਂ ਪੈਦਾ ਹੁੰਦਾ, ਉਤਪੰਨ ਹੁੰਦਾ? ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨੇ ਹੋਏ ਤੇਰੀ। ਸੰਤਾਂ ਦੀ ਸੰਗਤ ਤੋਂ ਬਿਨਾ ਪ੍ਰੇਮ ਉਤਪੰਨ ਨਹੀਂ ਹੁੰਦਾ, ਔਰ ਪ੍ਰੇਮ ਤੋਂ ਬਿਨਾ ਪ੍ਰਭੂ ਦੀ ਭਗਤੀ ਨਹੀਂ ਹੁੰਦੀ, ਭਗਤੀ ਤੋਂ ਬਿਨਾ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ। ਜਦੋਂ ਆਪਾਂ ਸਤਸੰਗ ਸਰਵਣ ਕਰਦੇ ਹਾਂ, ਕੀਰਤਨ ਸਰਵਣ ਕਰਦੇ ਹਾਂ, ਮਿਸ਼ਨ ਦੇ ਗੀਤ ਸਰਵਣ ਕਰਦੇ ਹਾਂ, ਜੋ ਸਾਡਾ ਮਨ ਜੁੜ ਜਾਂਦਾ ਹੈ ਔਰ ਫਿਰ ਜੀਵ ਹੋਰ ਹੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ, ਆਨੰਦਮਈ ਅਵਸਥਾ ਵਿੱਚ ਪਹੁੰਚ ਜਾਂਦਾ ਹੈ। ਔਰ ਐਸੀ ਅਵਸਥਾ ਵਿੱਚ ਪਹੁੰਚ ਕੇ ਜੀਵ ਸ਼ਾਂਤੀ, ਸਕੂਨ, ਆਨੰਦ ਅਨੁਭਵ ਕਰਦਾ ਹੈ। ਕਿਉਂਕਿ ਜੇ ਆਪਾਂ ਨੂੰ ਭੁੱਖ ਲੱਗਦੀ, ਉਹ ਵੀ ਅੰਦਰੋਂ ਲੱਗਦੀ, ਪਿਆਸ ਲੱਗਦੀ, ਉਹ ਵੀ ਅੰਦਰੋਂ ਲੱਗਦੀ। ਔਰ ਜਿਨ੍ਹਾਂ ਦੇ ਅੰਦਰ ਨਾਮ ਦੀ ਭੁੱਖ ਹੈ, ਨਾਮ ਦੀ ਪਿਆਸ ਹੈ, ਗੁਰੂਆਂ ਦੇ ਮਿਸ਼ਨ ਲਈ ਲਗਨ ਹੈ, ਉਹ ਜੀਵ ਨੂੰ ਲੱਗ ਜਾਂਦੀ ਹੈ ਔਰ ਉਸ ਨਾਲ ਜੀਵ ਨੂੰ ਆਨੰਦ ਅਨੁਭਵ ਹੁੰਦਾ ਹੈ। ਗੋਬਿੰਦ ਗੋਬਿੰਦ ਜਾਪਸੇ, ਆਵੇ ਸਦਾ ਆਨੰਦ। ਜਦੋਂ ਜੀਵ ਫਿਰ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ, ਵਿਚਾਰ ਕਰਦਾ ਹੈ, ਇਸ ਜੀਵ ਨੂੰ ਆਨੰਦ ਪ੍ਰਾਪਤ ਹੁੰਦਾ ਹੈ। ਔਰ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ, ਓੰਗ ਓੰਗ ਧਿਆਨ ਧਰ, ਸੋਹੰਗ ਭੇਦ ਵਿਚਾਰ। ਤਤ ਰੂਪ ਹੋਏ ਜਨਮ ਨਾ ਕਹਿ ਰਵਿਦਾਸ ਆਚਾਰ। ਜੋ ਜੀਵ ਓੰਗ ਕਹੀਏ, ਪ੍ਰਭੂ ਇੱਕ ਜੋ ਸਰਵ ਵਿਆਪਕ ਹੈ, ਉਹਦਾ ਧਿਆਨ ਧਰਦਾ ਹੈ ਔਰ ਸੋਹੰਗ ਦੇ ਭੇਦ ਦੀ ਵਿਚਾਰ ਕਰਦਾ ਹੈ ਔਰ ਇਹ ਤਤ ਰੂਪ ਪ੍ਰਭੂ ਨਾਲ ਜੁੜ ਜਾਂਦਾ ਹੈ ਔਰ ਸ੍ਰੇਸ਼ਟ ਮਰਿਆਦਾ ਤੇ ਚੀਵ ਚੱਲਦਾ ਹੈ। ਮਨ 'ਚ ਦਇਆ, ਧਰਮ, ਖਿਮਾ, ਸਤ ਸੰਤੋਖ ਆ ਜਾਂਦਾ ਹੈ। ਸੋਹੰਗ ਨਾਮ ਕੀ ਧੁਨ ਲਗੀ ਦਿਲ ਕੇ ਅੰਦਰ ਆਪ, ਕਹਿ ਰਵਿਦਾਸ ਵਿਚਾਰ ਕੇ ਜਾਣੋ ਗੁਰ ਪ੍ਰਤਾਪ। ਜਦੋਂ ਜੀਵ ਦੇ ਅੰਦਰ ਸੋਹੰਗ ਨਾਮ ਦੀ ਧੁਨ ਚੱਲਦੀ ਹੈ ਔਰ ਇਹ ਜੀਵ ਗੁਰੂਆਂ ਦਾ ਪ੍ਰਤਾਪ, ਗੁਰੂਆਂ ਦਾ ਆਸ਼ੀਰਵਾਦ, ਗੁਰੂਆਂ ਦੇ ਦਰਸ਼ਨ ਅਨੁਭਵ ਕਰਕੇ ਆਨੰਦ ਪ੍ਰਾਪਤ ਕਰਦਾ ਹੈ। ਤੋ ਜੋ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਰਤੀ ਉਚਾਰਨ ਕੀਤੀ ਹੈ, ਆਰਤੀ ਦਾ ਅਰਥ ਹੈ ਪ੍ਰਭੂ ਜੀ ਮੈਂ ਆ ਕੇ ਆਪੇ ਸਮਾ ਗਿਆ ਹਾਂ। ਇਸ ਲਈ ਮਹਾਰਾਜ ਨੇ ਉਚਾਰਨ ਕੀਤਾ, ਨਾਮ ਤਿਰੁ ਆਰਤੀ ਮਜਨੂੰ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ। ਹਰ ਦੇ ਨਾਮ ਤੋਂ ਬਿਨਾਂ ਸਾਰੇ ਪਸਾਰੇ ਝੂਠੇ ਹਨ। ਹਰ ਦਾ ਨਾਮ ਹੀ ਸੱਚਾ ਹੈ ਜੋ ਹਮੇਸ਼ਾ ਰਹਿਣ ਵਾਲਾ ਹੈ। ਔਰ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਨੇ
ਉਸ ਸਮੇਂ ਕਲਪਨਿਕ ਭਗਵਾਨਾਂ ਦਾ ਜੋ ਮਾਨਵ ਵਿਰੋਧੀ ਦਾ ਪ੍ਰਚਾਰ ਪ੍ਰਸਾਰ ਕੀਤਾ ਜਾਂਦਾ ਸੀ ਉਸ ਦਾ ਖੰਡਨ ਕੀਤਾ ਔਰ ਸਾਰੀ ਮਾਨਵਤਾ ਨੂੰ ਉਪਦੇਸ਼ ਬਖਸ਼ ਕੀਤੇ। ਸਰਬ ਵਿਆਪੀ ਸਤਿਗੁਰੂ ਮੇਰਾ, ਸਭ ਦਾ ਕਰੇ ਸੁਧਾਰ, ਕਹਿ ਰਵਿਦਾਸ ਮਨ ਭਇਆ ਦੀਵਾਨਾ, ਮਿਲਿਆ ਅੰਮ੍ਰਿਤਾ। ਜੋ ਸਰਬ ਵਿਆਪ ਪ੍ਰਭੂ ਹੈ ਉਹ ਸਾਰੀ ਮਾਨਵਤਾ ਦਾ ਭਲਾ ਕਰਦਾ ਹੈ ਔਰ ਜੋ ਉਸ ਨਾਲ ਜੁੜ ਜਾਂਦਾ ਹੈ ਉਹ ਵੀ ਪਰਉਪਕਾਰੀ ਬਣ ਜਾਂਦਾ ਹੈ ਔਰ ਉਸ ਦੇ ਨਾਮ ਵਿੱਚ ਜੀਵ ਦਾ ਮਨ ਉਸ ਵੇਲੇ ਮਗਨ ਹੁੰਦਾ ਹੈ ਔਰ ਜਿਸ ਵੇਲੇ ਮਗਨ ਹੋ ਜਾਂਦਾ ਇਸ ਨੂੰ ਅੰਦਰੋਂ ਹੀ ਅੰਮ੍ਰਿਤ ਦੀ ਧਾਰਾ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਪੀਆ ਰਾਮ ਰਸ ਪੀਆ ਰੇ, ਭਰ ਭਰ ਦੇਵੇ ਸੁਰਤ ਕਲਾਲੀ, ਦਰਿਆ ਦਰਿਆ ਪੀਨਾ ਰੇ, ਪੀਵਤ ਪੀਵਤ ਆਪਾ ਜਗ ਪੂਲਾ, ਹਰ ਰਸ ਮਾਹੇ ਬੁਰਾਨਾ ਰੇ, ਦਰ ਕਰ ਬਿਸਰ ਜੋਰ ਵਿਦਾਸਾ, ਉਨ ਮਨ ਸਦਮਤ ਬਾਰੀ ਰੇ, ਪਲ ਪਲ ਪ੍ਰੇਮ ਪਿਆਲਾ ਚਾਲੇ, ਛੂਟੇ ਨਾਹੀ ਖਮਾਰੀ ਰੇ। ਤੋ ਜੀਵ ਪ੍ਰਭੂ ਦੇ ਨਾਮ ਦਾ ਆਨੰਦ ਅਨੁਭਵ ਕਰਦਾ ਹੈ ਔਰ ਆਨੰਦ ਅਨੁਭਵ ਕਰਕੇ ਇਸ ਜੀਵ ਨੂੰ ਐਸੀ ਖੁਮਾਰੀ ਐਸਾ ਨਸ਼ਾ ਚੜ੍ਹਦਾ ਹੈ ਜੋ ਕਦੇ ਉਤਰਦਾ ਨਹੀਂ। ਪਲ ਪਲ ਪ੍ਰੇਮ ਪਿਆਲਾ ਚਾਲੇ, ਪਲ ਪਲ ਜੀਵ ਨੂੰ ਪ੍ਰਭੂ ਦੇ ਪ੍ਰੇਮ ਦਾ ਪਿਆਲਾ ਆਨੰਦ ਪ੍ਰਾਪਤ ਹੁੰਦਾ ਜਿਸ ਦੀ ਖੁਮਾਰੀ ਛੂਟੇ ਨਾ ਹੀ ਖੁਮਾਰੀ ਹੈ। ਉਹਦੀ ਜੋ ਖੁਮਾਰੀ ਹੈ, ਨਸ਼ਾ ਹੈ, ਆਨੰਦ ਹੈ, ਉਹ ਕਦੇ ਨਹੀਂ ਉਤਰਦਾ ਔਰ ਐਸਾ ਆਨੰਦ ਸੰਤਾਂ ਮਹਾਂਪੁਰਸ਼ਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਜਗਤ ਗੁਰੂ ਰਵਿਦਾਸ ਮਹਾਰਾਜ ਨੇ ਜੋ ਪਾਵਨ ਉਪਦੇਸ਼ ਵਿਸ਼ਵ ਨੂੰ ਸਰਵਣ ਕਰਾਏ ਔਰ ਮਹਾਨ ਵਿਰਾਸਤ ਸਮਾਜ ਨੂੰ ਦਿੱਤੀ ਹੈ, ਸਾਰੀ ਮਾਨਵਤਾ ਨੂੰ ਦਿੱਤੀ ਹੈ, ਉਸ ਮਹਾਨ ਵਿਰਾਸਤ ਦੇ ਨਾਲ ਜੋੜਨ ਲਈ ਭਾਰਤ ਦੇ ਕੋਨੇ ਕੋਨੇ ਵਿੱਚ ਸੰਤਾਂ ਮਹਾਂਪੁਰਸ਼ਾਂ ਨੇ ਉਪਰਾਲੇ ਕੀਤੇ, ਸਮਾਜ ਸੁਧਾਰਕਾਂ ਨੇ ਉਪਰਾਲੇ ਕੀਤੇ, ਉਸ ਵਿਰਾਸਤ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਮਹਾਨ ਉਪਰਾਲੇ ਕੀਤੇ ਔਰ ਬ੍ਰਹਮ ਗਿਆਨੀ ਸਤਿਗੁਰੂ ਸਵਾਮੀ ਸਰਬੰਸ ਦਾਸ ਜੀ ਮਹਾਰਾਜ ਜਿਨ੍ਹਾਂ ਨੇ ਉਸ ਮਹਾਨ ਵਿਰਾਸਤ ਦੇ ਨਾਲ ਜੋੜਨ ਦੇ ਲਈ ਸਭ ਤੋਂ ਪਹਿਲੇ 2 ਫਰਵਰੀ 1964 ਨੂੰ ਡੇਰਾ ਰਵਿਦਾਸੀਆਂ ਦਾ ਲਿਖਿਆ ਔਰ ਚਾਰਨ ਕੀਤਾ ਇੱਕ ਦਿਨ ਕੌਮ ਦਾ ਗ੍ਰੰਥ ਔਰ ਪੰਥ ਬਣੇਗਾ ਔਰ ਉਸ ਨੂੰ ਸਾਰਥਕ ਰੂਪ ਦੇਣ ਦੇ ਲਈ ਸ਼੍ਰੀ ਗੁਰੂ ਰਵਿਦਾਸ ਜਨਮ ਸਥਾਨ ਦੀ ਖੋਜ ਕੀਤੀ ਔਰ ਉਸ ਦੀ ਉਸਾਰੀ ਕਰਵਾ ਕੇ ਵਿਸ਼ਵ ਪੱਧਰ 'ਤੇ ਸ਼੍ਰੀ ਗੁਰੂ ਰਵਿਦਾਸ ਜਨਮ ਸਥਾਨ ਮੰਦਰ ਸ਼੍ਰੀ ਗੋਵਰਧਨਪੁਰ ਮਹਾਨ ਤੀਰਥ ਸਥਾਨ ਸੰਗਤਾਂ ਨੂੰ ਪ੍ਰਦਾਨ ਕੀਤਾ। ਇਹ ਵੀ ਬਹੁਤ ਵੱਡੀ ਕ੍ਰਾਂਤੀ ਸੀ। ਦੇਖੋ ਉਸ ਸਮੇਂ ਦੇ ਹਾਲਾਤ ਕਿੱਦਾਂ ਦੇ, ਮਹਾਰਾਜ ਜਥਾ ਵੱਲੋਂ ਖੋਜ ਕੀਤੀ, ਉਸਾਰੀ ਕਰਨੀ ਔਰ ਕਿੰਨੀਆਂ ਕਠਿਨਾਈਆਂ ਆਈਆਂ। ਅੱਜ ਸਾਰਾ ਵਿਸ਼ਵ ਉਸ ਸਥਾਨ ਨੂੰ ਸਿਜਦਾ ਕਰਦਾ ਹੈ ਕਿਉਂਕਿ ਉਸ ਸਥਾਨ ਦੇ ਬਣਨ ਨਾਲ ਸਾਰੇ ਵਿਸ਼ਵ ਵਿੱਚ ਰਵਿਦਾਸੀਆ ਕੌਮ ਨੂੰ ਇੱਕ ਮਹਾਨ ਤੀਰਥ ਸਥਾਨ ਬਣ ਗਿਆ। ਸਮਾਜ ਦੀ ਪਹਿਚਾਣ ਦੀ ਨੀਂਹ ਰੱਖੀ ਗਈ ਔਰ ਵਿਸ਼ਵ ਭਰ ਵਿੱਚ ਸੰਗਤਾਂ ਇਕੱਤਰ ਹੋਣ ਲੱਗੀਆਂ ਔਰ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਮਹਾਰਾਜ ਜਿਨ੍ਹਾਂ ਨੇ ਵਿਸ਼ਵ ਦੇ ਕੋਨੇ ਕੋਨੇ ਵਿੱਚ ਜਾ ਕੇ ਜਗਤ ਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਕੀਤਾ ਔਰ 24 ਮਈ 2009 ਨੂੰ ਮਾਨਵ ਵਿਰੋਧੀਆਂ ਵੱਲੋਂ ਆਸਟ੍ਰੇਲੀਆ ਵਿਖੇ ਹਮਲਾ ਕੀਤਾ ਗਿਆ। 25 ਮਈ ਨੂੰ ਅੰਮ੍ਰਿਤ ਵੇਲੇ ਸੰਤ ਰਾਮਾਨੰਦ ਜੀ ਮਹਾਰਾਜ ਸ਼ਹਾਦਾ ਜਾਮ ਪੀ ਗਏ ਔਰ ਸੰਤ ਨਿਰੰਜਨ ਦਾਸ ਜੀ ਮਹਾਰਾਜ ਗੰਭੀਰ ਜ਼ਖਮੀ ਹੋਏ ਔਰ ਸਾਰੇ ਵਰਲਡ ਵਿੱਚ ਰਵਿਦਾਸੀਆ ਕੌਮ ਵਿੱਚ ਕ੍ਰਾਂਤੀ ਦੀ ਲਹਿਰ ਚੱਲੀ, ਸਵਾਭੀਮਾਨ ਦੀ ਲਹਿਰ ਚੱਲੀ ਔਰ ਜਿਸ ਨੂੰ ਸੰਤ ਸਮਾਜ ਨੇ ਸੰਤ ਨਿਰੰਜਨ ਦਾਸ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ 30 ਜਨਵਰੀ 2010 ਨੂੰ ਰਵਿਦਾਸੀਆ ਧਰਮ ਦਾ ਐਲਾਨ ਕੀਤਾ ਗਿਆ। ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਕੀਤੇ ਗਏ ਔਰ ਜਿਸ ਦਾ ਅੱਜ ਪ੍ਰਚਾਰ ਪ੍ਰਸਾਰ ਵਿਸ਼ਵ ਭਰ ਵਿੱਚ ਹੋ ਰਿਹਾ ਹੈ। ਭਾਰਤ ਵਿੱਚ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ, ਅਸਾਮ ਤੋਂ ਲੈ ਕੇ ਗੁਜਰਾਤ ਤੱਕ ਬਹੁਤ ਵੱਡਾ ਪ੍ਰਚਾਰ ਪ੍ਰਸਾਰ ਹੋ ਰਿਹਾ। ਅਸਾਮ ਵਿੱਚ ਜਾਣ ਦਾ ਮੌਕਾ ਮਿਲਿਆ। ਅਸਾਮ ਵਿੱਚ ਸਾਰੇ ਆਪਣੇ ਨਾਮ ਮਗਰ ਮਹਾਰਾਜ ਦਾ ਨਾਮ ਲਾਉਂਦੇ, ਇੱਕੋ ਗੁਰ ਲੱਗਦਾ, ਚਾਹੇ ਧੀਆਂ ਚਾਹੇ ਧੀਆਂ ਭੈਣਾਂ ਚਾਹੇ ਭਾਈ ਸਾਹਿਬ ਹਨ। ਜੋ ਕਿੱਡੀ ਵੱਡੀ ਕ੍ਰਾਂਤੀ ਔਰ ਉੱਥੇ ਜਾ ਕੇ ਦੇਖਣ ਦਾ ਮੌਕਾ ਮਿਲਿਆ। ਵਾਕਈ ਸੰਗਤਾਂ ਨੂੰ ਆਜ਼ਾਦੀ ਅਨੁਭਵ ਹੋਈ। 3 ਦਿਨ ਦਾ ਸਮਾਗਮ ਚੱਲਿਆ। ਇੱਕ ਦਿਨ 'ਚ ਕਲਚਰਲ ਪ੍ਰੋਗਰਾਮ ਪੇਸ਼ ਕੀਤਾ ਗਿਆ, ਫਿਰ ਦੂਏ ਦਿਨ ਬੁੱਧੀਜੀਵੀ ਬੋਲੇ ਕਿ ਮਾਰ ਜਾਤੀ ਦੇ ਗੌਰਵਸ਼ਾਲੀ ਇਤਿਹਾਸ 'ਤੇ
ਸੰਤ ਪ੍ਰਵਚਨ ਹੋਏ ਔਰ ਅੰਮ੍ਰਿਤ ਬਾਣੀ ਦੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਅਸਾਮ ਦੀ ਭਾਸ਼ਾ ਵਿੱਚ ਅੰਮ੍ਰਿਤ ਬਾਣੀ ਦਾ ਆਪਣੇ ਸੁਖ ਸਾਗਰ ਛਾਪਿਆ ਗਿਆ, ਲਿਟਰੇਚਰ ਛਾਪਿਆ ਗਿਆ। ਤੋ ਵਿਸ਼ਵ ਭਰ ਵਿੱਚ ਰਵਿਦਾਸੀਆ ਕੌਮ ਵਿੱਚ ਏਕਤਾ ਦਾ ਜੋ ਸੂਤਰ ਹੈ ਉਹ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਹੈ। ਰਵਿਦਾਸੀਆ ਧਰਮ ਹੈ ਔਰ ਜੋ ਧਰਮ ਦਾ ਕਾਰਜ ਹੈ ਉਹ ਬਹੁਤ ਤੇਜ਼ੀ ਨਾਲ ਫੈਲਿਆ ਹੈ। ਪੂਰੇ ਯੂਰਪ ਵਿੱਚ, ਪੂਰੇ ਵਿਸ਼ਵ ਵਿੱਚ ਬਹੁਤ ਵੱਡੀ ਚੇਤਨਤਾ ਆ ਗਈ। ਸਾਡੇ ਸ਼ਸ਼ੀਪੁਰ ਜੀ ਬੈਠੇ ਜੋ ਬਰਗਮ ਗੁਰੂ ਘਰ ਦੇ ਪ੍ਰਧਾਨ ਹੈ, ਬੜੀਆਂ ਮਹਾਨ ਸਭਾਵਾਂ ਕੀਤੀਆਂ ਔਰ ਜਦੋਂ ਵੀ ਜਾਈਦਾ ਯੂਰਪ ਵਿੱਚ ਸੰਗਤਾਂ ਯਾਦ ਕਰਦੀਆਂ, ਕਿਉਂਕਿ ਜਿਹੜੇ ਬੰਦੇ ਵੱਡੀ ਸੋਚ ਰੱਖਦੇ ਉਹ ਸਮਾਜ ਨੂੰ ਜੋੜਨ ਦਾ ਕੰਮ ਕਰਦੇ ਔਰ ਜਿਹੜੇ ਜੋੜਨ ਦਾ ਕੰਮ ਕਰਦੇ ਉਹਨਾਂ 'ਤੇ ਗੁਰੂਆਂ ਦਾ ਆਸ਼ੀਰਵਾਦ ਹੁੰਦਾ ਔਰ ਉਹਨਾਂ ਨੂੰ ਸੰਗਤਾਂ ਯਾਦ ਕਰਦੀਆਂ। ਔਰ ਅਸੀਂ ਜਿੱਥੇ ਇੱਥੇ ਬੈਠੇ ਹਾਂ ਸਾਡਾ ਉੱਥੇ ਉਪਰਾਲੇ ਕਰਨਾ ਫਰਜ਼ ਬਣਦਾ ਹੈ ਔਰ ਜਿੰਨਾ ਵੀ ਕੋਈ ਯੋਗਦਾਨ ਪਾਉਂਦਾ ਹੈ ਉਹ ਬਹੁਤ ਹੀ ਮਹੱਤਵਪੂਰਨ ਹੈ। ਵਿਸ਼ਵ ਭਰ 'ਚ ਰਵਿਦਾਸੀਆ ਧਰਮ ਦੇ ਪ੍ਰਚਾਰ ਪ੍ਰਸਾਰ ਵਿੱਚ ਸੰਤਾਂ ਮਹਾਂਪੁਰਸ਼ਾਂ ਦੀ ਕਿਰਪਾ, ਜਗਤ ਗੁਰੂ ਰਵਿਦਾਸ ਮਹਾਰਾਜ ਦੇ ਸਮਰਪਿਤ ਪੈਰੋਕਾਰਾਂ ਦੀ ਸਖਤ ਕਰਨਾ, ਸਮਾਜ ਦੇ ਗੀਤਕਾਰਾਂ ਦਾ, ਰਾਈਟਰਾਂ ਦਾ, ਕਵੀਆਂ ਦਾ, ਗਾਇਕਾਂ ਦਾ, ਪਾਠੀਆਂ ਦਾ, ਕੀਰਤਨੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਜੋ ਜਗਤ ਗੁਰੂ ਰਵਿਦਾਸ ਮਹਾਰਾਜ ਦੀ ਜੀ ਵਿਚਾਰਧਾਰਾ ਹੈ ਉਹਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ। ਤੋ ਆਪ ਸਭ ਸੰਗਤਾਂ ਬਹੁਤ ਵੱਡੇ ਭਾਗਿਆਂ ਜੋ ਵਿਦੇਸ਼ਾਂ ਵਿੱਚ ਰਹਿ ਕੇ ਆਪਣੇ ਰਹਿਬਰਾਂ ਦੇ ਮਿਸ਼ਨ 'ਤੇ ਪਹਿਰਾ ਦੇ ਰਹੇ ਹੋ। ਸਾਰੀਆਂ ਹੀ ਸੰਗਤਾਂ ਬਹੁਤ ਸਮਰਪਿਤ ਹਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਨੂੰ, ਸਤਿਗੁਰੂ ਸਵਾਮੀ ਸਰਬੰਦਾਸ ਜੀ ਮਹਾਰਾਜ ਜੀ ਨੂੰ ਔਰ ਜਗਤ ਗੁਰੂ ਰਵਿਦਾਸ ਮਹਾਰਾਜ ਦੇ ਬੇਗਮਪੁਰੇ ਵਤਨ ਦੇ ਸੰਕਲਪ ਨੂੰ ਅਮਲੀ ਜਾਮਾ ਪਹਿਨਾਉਣ ਵਾਲੇ ਮਾਨਵਤਾ ਦੇ ਮਸੀਹਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਸਮਰਪਿਤ ਹਨ, ਜਿਨ੍ਹਾਂ ਨੇ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਫਲਸਫੇ ਨੂੰ ਸੰਵਿਧਾਨ ਵਿੱਚ ਅੰਕਿਤ ਕਰਕੇ ਸਾਰੇ ਭਾਰਤੀਆਂ ਨੂੰ ਹੱਕ ਹਕੂਕ ਪ੍ਰਦਾਨ ਕੀਤੇ ਹਨ। ਧਰਮ ਸਾਸ ਸੰਬੰਧ ਜੋ ਕੁਲ ਤਾਰਨ ਕੀ ਚਾਲ, ਪ੍ਰਾਤ ਕਮਾਈ ਆਪਣੀ ਪਾਈ ਮੁਸੱਕਤ ਕਾਲ। ਜਿਹੜਾ ਜੀਵ ਧਰਮ ਨਾਲ ਸੰਬੰਧ ਜੋੜਦਾ ਆਪਣੀਆਂ ਕੁਲਾਂ ਨੂੰ ਤਾਰਨ ਦੀ ਚਾਲ ਚਲਾਉਂਦਾ ਔਰ ਜਦੋਂ ਸਾਡੇ ਬੱਚੇ ਆਪਣੇ ਰਹਿਬਰਾਂ ਦੇ ਮਿਸ਼ਨ 'ਤੇ ਚੱਲ ਗਏ ਸਾਡੀ ਮਿਹਨਤ ਸਫਲ ਹੋ ਜਾਂਦੀ ਹੈ। ਪ੍ਰਾਤ ਕਮਾਈ ਆਪਣੀ ਪਾਈ ਮੁਸੱਕਤ ਕਾਲ ਔਰ ਜੀਵ ਦੀ ਮਿਹਨਤ ਸਫਲ ਹੋ ਜਾਂਦੀ ਹੈ, ਕਿਉਂਕਿ ਜਿਹੜੇ ਲੋਕ ਆਪਣੇ ਮੂਲ ਨਾਲ ਜੁੜ ਕੇ ਰਹਿੰਦੇ ਹਨ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲ ਜਾਣ ਉਹਨਾਂ ਦਾ ਸਨਮਾਨ ਹੁੰਦਾ ਹੈ ਔਰ ਜਿੰਨਾ ਮਰਜ਼ੀ ਜੀ ਬਾਹਰ ਜਾਵੇ ਘਰ ਆ ਕੇ ਸੁੱਖ ਮਿਲਦਾ। ਇਹਦਾ ਜੀ ਨੂੰ ਜੋ ਸੁੱਖ ਮਿਲਣਾ ਆਪਣੇ ਰਹਿਬਰਾਂ, ਆਪਣੇ ਸੰਤਾਂ ਮਹਾਂਪੁਰਸ਼ਾਂ ਦੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੁੰਦਾ ਹੈ। ਤੋ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਨੇ ਵਿਸ਼ਵ ਨੂੰ ਜੋ ਪਾਵਨ ਉਪਦੇਸ਼ ਬਖਸ਼ ਕੀਤੇ ਹਨ ਉਹ ਅੱਜ ਅੰਮ੍ਰਿਤ ਬਾਣੀ ਦੇ ਰੂਪ ਵਿੱਚ ਵਿਸ਼ਵ ਵਿਖਿਆਤ ਹਨ, ਜਿਸ ਵਿੱਚ ਜਗਤ ਗੁਰੂ ਰਵਿਦਾਸ ਮਹਾਰਾਜ ਨੇ ਹਰ ਪੱਖ 'ਤੇ ਚਾਨਣਾ ਪਾਇਆ ਹੈ। ਸਦੀਆਂ ਦੇ ਗੌਰਵਸ਼ਾਲੀ ਇਤਿਹਾਸ 'ਤੇ ਪ੍ਰਚਲਿਤ ਮਾਨਵ ਵਿਰੋਧੀ ਵਿਵਸਥਾ ਦਾ ਖੰਡਨ ਔਰ ਸਰਬੱਤ ਦੇ ਭਲੇ ਲਈ, ਭਵਿੱਖ ਦੇ ਲਈ ਬੇਗਮਪੁਰੇ ਵਤਨ ਦਾ ਸੰਕਲਪ ਸਾਰੇ ਵਿਸ਼ਵ ਨੂੰ ਬਖਸ਼ਿਸ਼ ਕੀਤਾ ਹੈ, ਜਿਸ ਵਿੱਚ ਸਾਰੀ ਮਾਨਵਤਾ ਦਾ ਭਲਾ ਹੋਵੇ। ਤੋ ਆਪ ਸਭ ਸੰਗਤਾਂ ਬਹੁਤ ਭਾਗੀਆਂ ਜੋ ਵਿਦੇਸ਼ਾਂ ਵਿੱਚ ਰਹਿ ਕੇ ਆਪਣੇ ਰਹਿਬਰਾਂ ਨੂੰ ਸਮਰਪਿਤ ਹੋ ਔਰ ਇਸੇ ਪ੍ਰਕਾਰ ਜਗਤ ਗੁਰੂ ਰਵਿਦਾਸ ਜੀ ਮਹਾਰਾਜ, ਸਤਿਗੁਰੂ ਸਵਾਮੀ ਸਰਬੰਦਾਸ ਜੀ ਮਹਾਰਾਜ ਸਾਰੇ ਵਿਸ਼ਵ ਤੇ ਰਵਿਦਾਸੀਆ ਕੌਮ 'ਤੇ ਆਪਣੇ ਆਸ਼ੀਰਵਾਦ ਬਣਾਈ ਰੱਖਣ। ਜੈ ਗੁਰਦੇਵ। ਜੋ ਬੋਲੇ ਸੋ ਨਰ ਪੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ। ਜੋ ਬੋਲੇ ਸੋ ਨਰ ਪੈ ਸਤਿਗੁਰੂ ਸਵਾਮੀ ਸਰਬੰਦਾਸ ਮਹਾਰਾਜ ਕੀ ਜੈ।